ਡਿੰਪਲ ਗੁਰੂ ਟੈਕ ਚੈਨਲ ਰਾਹੀਂ ਤੁਸੀਂ ਐਜੂਕੇਸ਼ਨ ਅਤੇ ਟੈਕਨੋਲੋਜੀ ਨਾਲ ਜੁੜੀਆਂ ਹੋਈਆਂ ਨਵੀਂ-ਨਵੀਂ ਅਪਡੇਟਸ ਪ੍ਰਾਪਤ ਕਰਦੇ ਹੋ। तो ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਕੂਲ ਗ੍ਰੇਡਿੰਗ ਬਾਰੇ ਪ੍ਰੈਕਟੀਕਲ ਵੇ ਦੇ ਨਾਲ ਵਿਸਤਾਰ ਦੇ ਨਾਲ ਜਾਣਾਂਗੇ। ਸਕੂਲ ਗ੍ਰੇਡਿੰਗ ਯਾਨੀ ਕਿ ਸਕੂਲਾਂ ਦੀ ਦਰਜਾਬੰਦੀ ਅਧਿਆਪਕਾਂ ਵਿੱਚ, ਪ੍ਰਿੰਸੀਪਲ, ਮੁਖੀਆਂ ਅਤੇ ਇੰਚਾਰਜਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਕ੍ਰੀਏਟ ਕਰਨ ਦੇ ਲਈ ਹਰ ਸਾਲ ਕੀਤੀ ਜਾਂਦੀ ਹੈ। ਸਕੂਲ ਸਿੱਖਿਆ ਵਿਭਾਗ ਆਪਣੇ ਨਾਲ ਜੁੜੇ ਹੋਏ ਹਰ ਪਹਿਲੂ ਨੂੰ ਸੁਧਾਰਨ ਦੇ ਵਿੱਚ ਇੱਕ ਵੱਡੀ ਮੁਹਿੰਮ ਦੇ ਵਿੱਚ ਇੱਕ ਕੰਮ ਕਰ ਰਿਹਾ ਹੈ, ਜਿਸ ਦੇ ਅੰਤਰਗਤ ਸਿਰਫ ਸਿੱਖਿਆ ਦਾ ਸਤਰ ਹੀ ਇੱਕ ਵੱਡੇ ਲੈਵਲ ਦੇ ਉੱਪਰ ਨਹੀਂ ਰੱਖਿਆ ਜਾ ਰਿਹਾ, ਬਲਕਿ ਸਕੂਲਾਂ ਨਾਲ ਜੁੜੇ ਹੋਏ ਵੱਖ-ਵੱਖ ਪਹਿਲੂ ਜਿਵੇਂ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਇਨਫਰਾਸਟ੍ਰਕਚਰ ਵਿੱਚ ਵੀ ਉਹ ਸੁਧਾਰ ਕਰਨਾ ਚਾਹ ਰਿਹਾ। ਸੋ ਇਹ ਕਿਵੇਂ ਪ੍ਰੈਕਟੀਕਲ ਵੇ ਨਾਲ ਕਰਨੀ ਹੈ, ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਲੌਗਇਨ ਕਰ ਜਾਣਾ ਹੈ ਜੀ ਈ ਪੰਜਾਬ ਦੇ ਵਿੱਚ। ਲੌਗਇਨ ਵਿੰਡੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਨਜ਼ਰ ਆ ਰਹੀ ਹੈ। ਇਸ ਵਿੱਚ ਅਸੀਂ ਯੂਜ਼ਰ ਨੇਮ ਪਾਸਵਰਡ ਡਾਲ ਲੈਣਾ ਹੈ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਵਿਭਾਗ ਦੁਆਰਾ ਜਾਰੀ ਕੀਤੇ ਗਏ ਪੱਤਰ ਦਾ, ਜਿਹੜਾ ਕਿ 17/12/2020 ਦੇ ਵਿੱਚ ਕੀਤਾ ਗਿਆ ਹੈ ਜਾਰੀ। ਸੋ ਇਸ ਵਿੱਚ ਹਦਾਇਤਾਂ ਪ੍ਰਾਇਮਰੀ, ਮਿਡਲ, ਸੀਨੀਅਰ ਸੈਕੰਡਰੀ ਸਕੂਲਾਂ ਸੰਬੰਧੀ ਬਕਾਇਦਾ ਵਿਸਤਾਰ ਦੇ ਨਾਲ ਰੱਖੀਆਂ ਗਈਆਂ ਹਨ। ਸਕੂਲ ਗ੍ਰੇਡਿੰਗ ਦੇ ਅੰਤਰਗਤ ਬੱਚਿਆਂ ਦੇ ਨਤੀਜੇ, ਹਾਜ਼ਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਨਾਲ ਸਕੂਲ ਦਾ ਬੁਨਿਆਦੀ ਢਾਂਚਾ ਯਾਨੀ ਕਿ ਇਨਫਰਾਸਟ੍ਰਕਚਰ ਦੀ ਗੱਲ ਵੀ ਇਸ ਪੱਤਰ ਵਿੱਚ ਕਹੀ ਗਈ ਹੈ। ਸੋ ਇਸ ਨੂੰ ਹੀ ਲਾਗੂ ਕਰਦੇ ਹੋਏ ਬਕਾਇਦਾ ਗ੍ਰੇਡਿੰਗ ਸਕੂਲਾਂ ਦੀ ਕੀਤੀ ਜਾਂਦੀ ਹੈ। ਸਕੂਲਾਂ ਨੂੰ ਬਕਾਇਦਾ ਦਰਜਾਬੰਦੀ ਦਿੱਤੀ ਜਾਂਦੀ ਹੈ ਕਿ ਕਿਸ ਸਤਰ ਦਾ ਸੁਧਾਰ ਉਸ ਵਿੱਚ ਹੋਇਆ ਹੈ ਅਤੇ ਉਸ ਨੂੰ ਕਿਸ ਪ੍ਰਕਾਰ ਦਾ ਗ੍ਰੇਡ ਵਿੱਚ ਰੱਖਿਆ ਜਾਣਾ ਹੈ। ਸੋ ਇਸ ਸੰਬੰਧੀ ਡਾਟਾ ਜਿਹੜਾ ਬਕਾਇਦਾ ਭਰਨਾ ਜਿਹੜਾ ਆਰੰਭ ਹੋ ਗਿਆ ਹੈ ਈ ਪੰਜਾਬ ਦੇ ਵਿੱਚ। ਸੋ ਇਹ ਕਿਸ ਪ੍ਰਕਾਰ ਭਰਿਆ ਜਾਣਾ ਹੈ ਜਾਂ ਕਿਸ ਪ੍ਰਕਾਰ ਦਾ ਡਾਟਾ ਹੈ, ਉਸ ਨੂੰ ਹੀ ਅਸੀਂ ਬਕਾਇਦਾ ਪ੍ਰੈਕਟੀਕਲ ਵੇ ਦੇ ਨਾਲ ਇੱਕ ਇੱਕ ਚੀਜ਼ ਨੂੰ ਅੱਗੇ ਅਸੀਂ ਸਮਝਦੇ ਜਾਵਾਂਗੇ, ਭਾਵੇਂ ਉਹ ਪ੍ਰਾਇਮਰੀ ਦੀ ਗੱਲ ਹੋਵੇ, ਮਿਡਲ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਹੋਵੇ। ਸੋ ਜਿਸ ਤਰ੍ਹਾਂ ਕਿ ਪੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਸਕੂਲ ਰਿਜ਼ਲਟ, ਇਨਫਰਾਸਟ੍ਰਕਚਰ, ਕੋ ਕੁਰਾਕੂਲਰ ਐਕਟੀਵਿਟੀਜ਼, SMC ਕਮੇਟੀ ਸੰਬੰਧੀ ਜਾਣਕਾਰੀਆਂ ਔਰ ਬੱਚਿਆਂ ਦੀਆਂ ਅਟੈਂਡੈਂਸ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਣਾ ਹੈ। ਸੋ ਪ੍ਰਾਇਮਰੀ ਵਿੱਚ ਅਤੇ ਸੀਨੀਅਰ ਸੈਕੰਡਰੀ ਦੇ ਵਿੱਚ ਥੋੜ੍ਹਾ ਜਿਹਾ ਡਾਟੇ ਦੇ ਵਿੱਚ ਭਰਨ ਦੇ ਵਿੱਚ ਬਦਲਾਵ ਹੈ, ਉਸ ਨੂੰ ਵੀ ਸਮਝ ਲਵਾਂਗੇ। ਜਿਸ ਤਰ੍ਹਾਂ ਕਿ ਸਕਰੀਨ ਦੇ ਉੱਪਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਅਸੀਂ ਦੋ ਤਰੀਕਿਆਂ ਦੇ ਨਾਲ ਈ ਪੰਜਾਬ ਦੇ ਵਿੱਚ ਲੌਗਇਨ ਕਰਨ ਤੋਂ ਬਾਅਦ ਜਾ ਸਕਦੇ ਹਾਂ। ਤਾਂ ਇੱਕ ਤਾਂ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਹੋਮ ਪੇਜ ਦੇ ਵਿੱਚ ਈ ਪੰਜਾਬ ਦੇ ਵਿੱਚ ਨਜ਼ਰ ਆ ਜਾਏਗਾ ਲੌਗਇਨ ਕਰਨ ਤੋਂ ਬਾਅਦ ਸਕੂਲ ਗ੍ਰੇਡਿੰਗ, ਔਰ ਦੂਸਰਾ ਅਦਰ ਆਪਸ਼ਨ ਦੇ ਵਿੱਚ ਮੀਨੂ ਵਿੱਚ ਜਾ ਕੇ ਵੀ ਅਸੀਂ ਜਿਹੜੀ ਹੈ ਉਹ ਸਕੂਲ ਗ੍ਰੇਡਿੰਗ ਕਰ ਸਕਦੇ ਹਾਂ। ਲਾਸਟ ਦੇ ਵਿੱਚ ਸੈਕਿੰਡ ਲਾਸਟ ਆਪਸ਼ਨ ਜਿਹੜਾ ਤੁਹਾਨੂੰ ਕੀ ਨਜ਼ਰ ਆ ਰਿਹਾ। ਸੋ ਇਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਕਲਿੱਕ ਕਰਨ ਦੇ ਬਾਅਦ ਇਸ ਤਰ੍ਹਾਂ ਦੀ ਵਿੰਡੋ ਤੁਹਾਡੇ ਸਾਹਮਣੇ ਨਜ਼ਰ ਆ ਜਾਏਗੀ। ਖਾਸ ਤੌਰ 'ਤੇ ਜੀ ਅਸੀਂ ਪ੍ਰਾਇਮਰੀ ਵਿੱਚ ਲੌਗਇਨ ਕਰਦੇ ਹਾਂ, ਸੀਨੀਅਰ ਸੈਕੰਡਰੀ ਦੀ ਵੀ ਗੱਲ ਅੱਗੇ ਅਸੀਂ ਕਰਾਂਗੇ। ਸੋ ਪ੍ਰਾਇਮਰੀ ਵਿੱਚ ਲੌਗਇਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਆਪਸ਼ਨ ਤੁਹਾਡੇ ਸਾਹਮਣੇ ਅਵੇਲੇਬਲ ਹੋ ਜਾਏਗਾ। ਰਿਜ਼ਲਟ ਅਵੇਲੇਬਿਲਿਟੀ ਹੈ, ਇਨਫਰਾਸਟ੍ਰਕਚਰ, ਕੋ ਕੁਰਕੂਲਰ ਐਕਟੀਵਿਟੀਜ਼, ਸਟੂਡੈਂਟ ਅਟੈਂਡੈਂਸ ਔਰ ਇਸ ਦੇ ਨਾਲ ਹੀ ਦ ਕੰਟਰੀਬਿਊਸ਼ਨ ਆਫ SMC ਪੇਰੈਂਟਸ। ਹਲਕਾ ਜਿਹਾ ਥੋੜ੍ਹਾ ਜਿਹਾ ਬਦਲਾਵ ਜ਼ਰੂਰ ਹੈ ਪ੍ਰਾਇਮਰੀ ਦੇ ਵਿੱਚ ਡਾਟਾ ਭਰਨ ਵਿੱਚ ਔਰ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਡਾਟਾ ਭਰਨ ਦੇ ਵਿੱਚ। ਸੋ ਸੇਮ ਆਪਸ਼ਨ ਦੇ ਉੱਪਰ ਕਲਿੱਕ ਕਰਦੇ ਹੋਏ ਯਾਨੀ ਕਿ ਸਕੂਲ ਗ੍ਰੇਡਿੰਗ ਆਪਸ਼ਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੀ ਵਿੰਡੋ ਅਸੀਂ ਪ੍ਰਾਪਤ ਕਰ ਲੈਣੀ ਹੈ ਜੇ ਅਸੀਂ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲੌਗਇਨ ਕਰਦੇ ਹਾਂ, ਤਾਂ ਉਸ ਵਿੰਡੋ ਨੂੰ ਵੀ ਧਿਆਨ ਨਾਲ ਦੇਖ ਲਈਏ। ਫਿਰ ਅੱਗੇ ਦੇਖਦੇ ਹਾਂ ਵੀ ਕਿਸ ਪ੍ਰਕਾਰ ਡਾਟਾ ਅਸੀਂ ਇਹਨਾਂ ਸਾਰਿਆਂ ਦੇ ਵਿੱਚ ਫਿਲ ਕਰਨਾ ਹੈ। ਸੋ ਕੁਝ ਇਸ ਢੰਗ ਨਾਲ ਵਿੰਡੋ ਈ ਪੰਜਾਬ ਦੇ ਵਿੱਚ ਸਕੂਲ ਗ੍ਰੇਡਿੰਗ ਆਪਸ਼ਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਅਵੇਲੇਬਲ ਹੋ ਜਾਏਗੀ ਜੇ ਅਸੀਂ ਹਾਈ ਜਾਂ ਸੀਨੀਅਰ ਸੈਕੰਡਰੀ ਦੇ ਲਈ ਲੌਗਇਨ ਕਰ ਜਾਂਦੇ ਹਾਂ। ਲਗਭਗ ਆਪਸ਼ਨ ਪ੍ਰਾਇਮਰੀ ਵਾਂਗ ਹੀ ਇਸ ਵਿੱਚ ਰੱਖੇ ਗਏ ਨੇ, ਕੁਝ ਥੋੜ੍ਹੇ ਜਿਹੇ ਆਪਸ਼ਨ ਦੇ ਵਿੱਚ ਬਦਲਾਵ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਆਲ ਸਬਜੈਕਟ ਵੀ ਬਕਾਇਦਾ ਰੱਖੇ ਗਏ ਨੇ ਜਿਹੜੇ ਕਿ ਸਾਨੂੰ ਫਿਲ ਕਰਨੇ ਪੈਣੇ ਹਨ।
कि ਕਿਹੜੇ-ਕਿਹੜੇ ਸਬਜੈਕਟ ਕਿਸ ਪ੍ਰਕਾਰ ਦੀ ਸਟਰੀਮ ਹੈ ਸਕੂਲ ਦੇ ਵਿੱਚ, ਆਰਟਸ ਸਟਰੀਮ ਹੈ ਜਾਂ ਸਾਇੰਸ ਸਟਰੀਮ ਹੈ, ਕਮਰਸ ਹੈ, ਔਰ ਕਿਸ ਤਰ੍ਹਾਂ ਦੇ ਸਬਜੈਕਟ ਜਿਹੜੇ ਹੈ ਉਹ ਸਕੂਲ ਦੇ ਵਿੱਚ ਰੱਖੇ ਗਏ ਨੇ, ਉਸ ਬਾਰੇ ਸਾਰੀ ਜਾਣਕਾਰੀ। ਤਾਂ ਸਭ ਤੋਂ ਪਹਿਲਾਂ ਜਦ ਅਸੀਂ ਇਸ ਵਿੱਚ ਲੌਗਇਨ ਕਰਨ ਦੇ ਬਾਅਦ ਇਸ ਆਪਸ਼ਨ ਤੇ ਕਲਿੱਕ ਕਰਨ ਦੇ ਬਾਅਦ ਜਿਹੜੀ ਪਹਿਲੀ ਵਿੰਡੋ ਤੁਹਾਡੇ ਕੋਲ ਆ ਜਾਏਗੀ, ਉਸ ਦੇ ਵਿੱਚ ਪਹਿਲਾ ਆਪਸ਼ਨ ਜਦ ਅਸੀਂ ਕਲਿੱਕ ਕਰ ਜਾਂਦੇ ਹਾਂ, ਸੋ ਐਕਟੀਵਿਟੀਜ਼ ਆ ਰਿਹਾ, ਸਕੂਲ ਦਾ ਲੈਵਲ ਆ ਰਿਹਾ, ਔਰ ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਆਪਸ਼ਨ ਜਿਹੜੇ ਤੁਸੀਂ ਕੇ ਸਾਹਮਣੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ। ਯੈਸ ਨੋ ਜਾਂ ਅਵੇਲੇਬਿਲਟੀ ਜਾਂ ਨੋਨ ਅਵੇਲੇਬਿਲਟੀ ਅਸੀਂ ਸਿਲੈਕਟ ਕਰ ਲੈਣੀ ਹੈ। ਜਿਹੜਾ ਸਿਲੈਕਟ ਆਪਸ਼ਨ ਆ ਰਿਹਾ ਹੈ ਉਸ ਦੇ ਆਪਸ਼ਨ ਨੂੰ ਪੜ੍ਹਦੇ ਹੋਏ, ਸੋ ਐਕਟੀਵਿਟੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇਸ ਦੇ ਉੱਪਰ ਜੇ ਅਸੀਂ ਕਲਿੱਕ ਕਰਦੇ ਹਾਂ ਔਰ ਇਸ ਦੇ ਨਾਲ ਹੀ ਤੁਹਾਡੇ ਸਾਹਮਣੇ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਸਟੇਟ ਲੈਵਲ ਦਾ ਹੈ, ਡਿਸਟ੍ਰਿਕਟ ਲੈਵਲ ਦਾ, ਬਲਾਕ ਲੈਵਲ ਦਾ ਜਾਂ ਕਲਸਟਰ ਲੈਵਲ ਦਾ ਸਾਡੇ ਕੋਲ ਆ ਜਾਏਗਾ, ਔਰ ਕਿਸ ਪ੍ਰਕਾਰ ਦੀਆਂ ਕਲਾਸਿਸ ਨੇ, ਔਰ ਇਹਨਾਂ ਸਾਰਿਆਂ ਦੇ ਇਲਾਵਾ ਬਾਕੀ ਆਪਸ਼ਨ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਹੀ ਜ਼ਿਕਰ ਕਰ ਚੁੱਕਿਆ ਹਾਂ, ਯੈਸ ਜਾਂ ਨੋ ਦੇ ਵਿੱਚ, ਔਰ ਅਵੇਲੇਬਿਲਟੀ ਜਾਂ ਨੋਨ ਅਵੇਲੇਬਿਲਟੀ ਦੇ ਵਿੱਚ ਸਾਰੇ ਦੇ ਸਾਰੇ ਆਪਸ਼ਨ ਭਰ ਕੇ ਅਸੀਂ ਅਪਡੇਟ ਕਰ ਦੇਣੇ ਹਨ। ਔਰ ਇਸੇ ਤਰ੍ਹਾਂ ਹੀ ਇੰਸਟਰਕਸ਼ਨਸ ਡੇ ਔਰ ਟੋਟਲ ਅਟੈਂਡੈਂਸ, ਅਸੀਂ ਕਿੰਨੇ ਪੂਰੇ ਸਾਲ ਦੇ ਵਿੱਚ ਸਾਡੇ ਵਰਕਿੰਗ ਡੇ ਸੀਗੇ, ਔਰ ਸਾਰੇ ਬੱਚਿਆਂ ਦੀ ਕੰਪਲੀਟ ਅਟੈਂਡੈਂਸ ਅਸੀਂ ਕਲਾਸ ਵਾਈਜ਼ ਜਿਹੜੀ ਆ ਉਹ ਫਿਲ ਕਰ ਲੈਣੀ। ਕੁਝ ਇਸੇ ਢੰਗ ਨਾਲ ਸੀਨੀਅਰ ਸੈਕੰਡਰੀ ਜਾਂ ਹਾਈ ਦੇ ਵਿੱਚ ਵੀ ਵਿੰਡੋ ਰੱਖੀ ਗਈ ਹੈ। ਪਹਿਲੇ ਆਪਣੀ ਸਟਰੀਮ ਭਰ ਲੈਣੀ ਹੈ, ਆਰਟਸ ਹੈ ਜਾਂ ਸਾਇੰਸ ਹੈ, ਉਸ ਤੋਂ ਬਾਅਦ ਅਸੀਂ ਸਬਜੈਕਟ ਫਿਲ ਕਰਨੇ। ਸੋ ਇੱਕ ਇੱਕ ਕਰਕੇ ਸਬਜੈਕਟ ਭਰ ਲੈਣੇ ਹੈ। ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ ਵਿੰਡੋ ਦੇ ਵਿੱਚ ਕੁਝ ਸਬਜੈਕਟ ਜਿਹੜੇ ਮੈਂ ਆਲਰੇਡੀ ਫਿਲ ਕਰਕੇ ਤੁਹਾਡੇ ਸਾਹਮਣੇ ਰੱਖੇ ਨੇ, ਇਸ ਤਰ੍ਹਾਂ ਹੀ ਭਰ ਲਾਂਗੇ ਕਿ 10th ਕਲਾਸ ਤੱਕ ਕਿਹੜੇ-ਕਿਹੜੇ ਸਾਡੇ ਕੋਲ ਸਬਜੈਕਟ ਨੇ। ਸਾਨੂੰ ਮੈਨੂਅਲ ਭਰਨ ਦੀ ਲੋੜ ਨਹੀਂ ਹੈ, ਸਾਡੇ ਕੋਲ ਆਪਸ਼ਨ ਦੇ ਵਿੱਚ ਸਬਜੈਕਟ ਅਵੇਲੇਬਲ, ਜਸਟ ਅਸੀਂ ਕਲਿੱਕ ਕਰਨਾ ਹੈ, ਜਿਵੇਂ ਕਿ ਇੰਗਲਿਸ਼, ਫਿਜ਼ੀਕਲ, ਹਿੰਦੀ, ਮੈਥ, ਪੰਜਾਬੀ, ਸਾਇੰਸ, ਵਟਐਵਰ ਜੋ ਵੀ ਸਬਜੈਕਟ ਸਾਡੇ ਕੋਲ ਅਵੇਲੇਬਲ ਹਨ, ਉਹ ਅਸੀਂ ਸਿਰਫ ਸਿਲੈਕਟ ਹੀ ਕਰਦੇ ਜਾਣਾ ਹੈ, ਤਾਂ ਆਟੋਮੈਟਿਕਲੀ ਇਸ ਵਿੰਡੋ ਦੇ ਵਿੱਚ ਉਹ ਆ ਜਾਣਗੇ। ਲੇਕਿਨ ਧਿਆਨ ਇਹ ਰੱਖਣਾ ਹੈ ਕਿ ਇੱਕ ਵਾਰ ਭਰਨ ਤੋਂ ਬਾਅਦ ਲੌਕ ਆਪਸ਼ਨ 'ਤੇ ਜਦ ਅਸੀਂ ਕਲਿੱਕ ਕਰ ਲੈਂਦੇ ਹਾਂ ਤਾਂ ਫਿਰ ਇਸ ਨੂੰ ਅਨਲੌਕ ਕਰਵਾਉਣਾ ਕੋਈ ਸੌਖਾ ਪ੍ਰੋਸੈਸ ਨਹੀਂ ਰਹਿ ਜਾਂਦਾ। ਤਾਂ ਇਸ ਲਈ ਬੜੇ ਧਿਆਨ ਦੇ ਨਾਲ ਹੀ ਇਸ ਨੂੰ ਅਸੀਂ ਸਾਰੇ ਆਪਸ਼ਨਸ ਨੂੰ, ਸਾਰੇ ਸਬਜੈਕਟ ਨੂੰ ਚੰਗੀ ਤਰ੍ਹਾਂ ਘੋਖ ਕਰਕੇ ਫਿਰ ਹੀ ਫਿਲ ਕਰਨਾ ਹੈ। ਧਿਆਨ ਰਹੇ ਕਿ ਇੱਕ ਵਿੰਡੋ ਦੇ ਵਿੱਚ ਕੰਮ ਕੰਪਲੀਟ ਕਰਨ ਤੋਂ ਬਾਅਦ ਤਦ ਹੀ ਦੂਸਰੀ ਵਿੰਡੋ, ਨੈਕਸਟ ਵਿੰਡੋ ਖੁੱਲੇਗੀ। ਸੋ ਤੁਹਾਡੇ ਸਾਹਮਣੇ ਇੱਕ ਬੜੀ ਇੰਪੋਰਟੈਂਟ ਵਿੰਡੋ ਸਾਹਮਣੇ ਨਜ਼ਰ ਆ ਰਹੀ ਹੈ, ਰਿਜ਼ਲਟ ਹੈ। ਰਿਜ਼ਲਟ ਕਿਵੇਂ ਭਰਿਆ ਜਾਣਾ ਹੈ, ਐਜ਼ ਅਕੋਰਡਿੰਗ ਟੂ ਦੇ ਗ੍ਰੇਡਿੰਗ ਦੇ ਹਿਸਾਬ ਦੇ ਨਾਲ, ਔਰ ਕਲਾਸ ਵਾਈਜ਼, ਵਿਸ਼ਾ ਵਾਈਜ਼ ਇਹ ਸਾਰੇ ਦੇ ਸਾਰੇ ਸਬਜੈਕਟ ਜਿਹੜੇ ਨੇ ਉਹ ਭਰੇ ਜਾਣੇ, ਸਾਰਿਆਂ ਦਾ ਰਿਜ਼ਲਟ ਜਿਹੜਾ ਨਤੀਜਾ ਭਰਿਆ ਜਾਣਾ। ਜਦ ਅਸੀਂ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਕਰਦੇ ਹਾਂ, 10th ਕਲਾਸ ਦਾ ਰਿਜ਼ਲਟ ਭਰਿਆ ਜਾਣਾ ਹੈ, ਔਰ ਇਸੇ ਤਰ੍ਹਾਂ ਹੀ ਇਹਦੇ ਵਿੱਚ 12ਵੀਂ ਜਾਂ 12th ਕਲਾਸ ਦਾ ਰਿਜ਼ਲਟ ਭਰਿਆ ਜਾਣਾ ਹੈ। ਸੋ ਇਸ ਤਰ੍ਹਾਂ ਜੇ ਅਸੀਂ ਮਹੱਤਵਪੂਰਨ ਆਪਸ਼ਨ ਦੀ ਗੱਲ ਕਰੀਏ ਤੇ ਰਿਜ਼ਲਟ ਤੇ ਅਟੈਂਡੈਂਸ। ਸੋ ਅਟੈਂਡੈਂਸ ਜਿਹੜੀ ਹੈ ਸਾਰੀ ਦੀ ਸਾਰੀ ਕਲਾਸਾਂ ਜੇ ਸੀਨੀਅਰ ਸੈਕੰਡਰੀ ਦੀ ਗੱਲ ਕਰੀਏ 6 to 12 ਭਰੀ ਜਾਣੀ। ਸੋ ਪ੍ਰਾਇਮਰੀ ਵਿੰਗ ਦੇ ਵਿੱਚ ਜਦ ਅਸੀਂ ਆ ਜਾਂਦੇ ਹਾਂ ਤਾਂ ਇਸ ਤਰ੍ਹਾਂ ਦੀ ਵਿੰਡੋ ਰਿਜ਼ਲਟ ਦੀ ਤੁਹਾਡੇ ਸਾਹਮਣੇ ਅਵੇਲੇਬਲ ਹੋ ਜਾਏਗੀ, ਜਿਹਦੇ ਵਿੱਚ ਅਸੀਂ 5th ਕਲਾਸ ਦਾ ਜਿਹੜਾ ਕਿ ਉਹ ਰਿਜ਼ਲਟ ਅਸੀਂ ਭਰ ਰਹੇ ਹਾਂ, ਉਹ ਅਸੀਂ ਧਿਆਨ ਨਾਲ ਦੇਖ ਕੇ ਭਰ ਲੈਣਾ। ਔਰ ਇਸੇ ਤਰ੍ਹਾਂ ਹੀ ਬਾਕੀ ਜਿਵੇਂ ਕਿ ਇਨਫਰਾਸਟ੍ਰਕਚਰ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਅਵੇਲੇਬਲ ਹੈ, ਸਾਹਮਣੇ ਵਿੰਡੋ ਸਾਹਮਣੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਸੋ ਇਹਦੇ ਵਿੱਚ ਦੋ ਹੀ ਆਪਸ਼ਨ ਸਾਡੇ ਕੋਲ ਸਿਲੈਕਟ ਕਰਨ ਦੇ ਉੱਪਰ ਆਉਣਗੇ, ਅਵੇਲੇਬਿਲਿਟੀ ਐਂਡ ਨੋਨ ਅਵੇਲੇਬਿਲਿਟੀ, ਮੀਨਸ ਉਹ ਚੀਜ਼ ਤੁਹਾਡੇ ਸਕੂਲ 'ਚ ਹੈ ਜਾਂ ਨਹੀਂ ਹੈ। ਸੋ ਇੱਕ ਤਰ੍ਹਾਂ ਨਾਲ ਯੈਸ ਤੇ ਨੋ ਦਾ ਹੀ ਆਪਸ਼ਨ ਹੈ। ਉਹਦੇ ਵਿੱਚ ਵੀ ਸਾਨੂੰ ਕੋਈ ਮੈਨੂਅਲ ਟਾਈਪ ਕਰਨ ਦੀ ਲੋੜ ਨਹੀਂ ਹੈ, ਅਸੀਂ ਸਿਲੈਕਟ ਹੀ ਕਰਨਾ, ਔਰ ਸਿਲੈਕਟ ਕਰਨ ਦੇ ਬਾਅਦ ਇਸ ਨੂੰ ਅਸੀਂ ਫਿਲ ਕਰ ਸਕਦੇ ਹਾਂ। ਜਿਸ ਤਰ੍ਹਾਂ ਲੈਂਡਸਕੇਪਿੰਗ, ਐਜੂਕੇਸ਼ਨਲ ਪਾਰਕ ਹੈ ਜਾਂ ਨਹੀਂ ਹਨ, ਸੋ ਇਸ ਢੰਗ ਨਾਲ। ਸੋ ਇਸ ਤਰ੍ਹਾਂ ਇੱਕ ਇੱਕ ਕਰਕੇ ਆਪਸ਼ਨ ਨੂੰ ਅਸੀਂ ਫਿਲ ਕਰ ਲਵਾਂਗੇ। ਇਸ ਚੈਨਲ ਦੇ ਵਿੱਚ ਨਵੀਆਂ ਅਪਡੇਟਸ, ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਇਸ ਨੂੰ ਜਲਦੀ ਤੋਂ ਸਬਸਕ੍ਰਾਈਬ ਕਰੋ। ਆਪ ਜੀ ਦਾ ਧੰਨਵਾਦ।